ਮਲਾਕੀ ਨਬੀ ਦੀ ਕਿਤਾਬ। ਉਹ ਇਸਰਾਇਲ ਦੇ ਬਾਬਲ ਦੀ ਗੁਲਾਮੀ ਤੋਂ ਵਾਪਸ ਆਉਣ ਦੇ ਲਗਭਗ 100 ਸਾਲ ਬਾਅਦ ਦੇ ਸਮੇਂ ਵਿੱਚ ਰਹਿੰਦਾ ਸੀ ਅਤੇ ਉਹਦਾ ਪ੍ਰਚਾਰ ਉਹਨਾਂ ਲੋਕਾਂ ਦੇ ਲਈ ਸੀ ਜਿਨ੍ਹਾਂ ਨੂੰ ਯਰੂਸ਼ਲਮ ਵਿੱਚ ਰਹਿੰਦੇ ਹੁਣ ਕੁਝ ਸਮਾਂ ਹੋ ਚੁੱਕਾ ਸੀ। ਹੈਕਲ ਨੂੰ ਕੁਝ ਸਮਾਂ ਪਹਿਲਾਂ ਦੁਬਾਰਾ ਬਣਾਇਆ ਗਿਆ ਸੀ ਅਤੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਸਨ। ਅਜ਼ਰਾ ਅਤੇ ਨਹਮੀਆ ਦੀ ਕਹਾਣੀ ਨੂੰ ਯਾਦ ਕਰੋ। ਹੁਣ ਜਦੋਂ ਪਹਿਲਾਂ ਇਸਰਾਇਲੀ ਗੁਲਾਮੀ ਤੋਂ ਵਾਪਸ ਆਏ ਸਨ ਤਾਂ ਉਹਨਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਸਨ। ਉਹ ਵਾਪਸ ਆਉਣਗੇ ਅਤੇ ਆਪਣੇ ਜੀਵਨਾਂ ਅਤੇ ਹੈਕਲ ਨੂੰ ਦੁਬਾਰਾ ਖੜਾ ਕਰਨਗੇ। ਨਬੀਆਂ ਦੇ ਸਭ ਵੱਡੇ ਵਾਅਦੇ ਸੱਚ ਹੋਣਗੇ। ਮਸੀਹਾ ਆਵੇਗਾ ਅਤੇ ਸੰਯੁਕਤ ਇਸਰਾਇਲ ਅਤੇ ਸਭ ਕੌਮਾਂ ਤੇ ਪਰਮੇਸ਼ਵਰ ਦਾ ਰਾਜ ਸਥਾਪਿਤ ਕਰੇਗਾ ਅਤੇ ਸਭਨਾਂ ਲਈ ਨਿਆਂ ਅਤੇ ਸ਼ਾਂਤੀ ਲਿਆਵੇਗਾ। ਪਰ ਇਸ ਤਰ੍ਹਾਂ ਨਹੀਂ ਹੋਇਆ। ਇਸਰਾਇਲੀ ਲੋਕ ਜਿਨ੍ਹਾਂ ਨੇ ਸ਼ਹਿਰ ਨੂੰ ਮੁੜ ਆਬਾਦ ਕੀਤਾ ਸੀ, ਆਪਣੇ ਪੁਰਖਿਆਂ ਦੀ ਤਰ੍ਹਾਂ ਹੀ ਪਰਮੇਸ਼ਵਰ ਦੇ ਪ੍ਰਤੀ ਅਵਿਸ਼ਵਾਸਯੋਗ ਸਾਬਿਤ ਹੋਏ, ਜਿਸ ਦਾ ਨਤੀਜਾ ਗਰੀਬੀ ਅਤੇ ਘੁਨਿਆ ਹੋਇਆ। ਅਤੇ ਇਸ ਲਈ ਮਲਾਕੀ ਦੀ ਕਿਤਾਬ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਨਵੀਂ ਪੀੜ੍ਹੀ ਕਿੰਨੀ ਭ੍ਰਿਸ਼ਟ ਹੋ ਗਈ ਹੈ। ਕਿਤਾਬ ਦੀ ਰਚਨਾ ਵਿੱਚ ਕਈ ਵਿਵਾਦਾਂ ਨੂੰ ਲਿਆ ਗਿਆ ਹੈ। ਜ਼ਿਆਦਾਤਰ ਭਾਗ ਪਰਮੇਸ਼ਵਰ ਦੁਆਰਾ ਕੁਝ ਕਹਿਣ, ਦਾਅਵਾ ਕਰਨ ਜਾਂ ਦੋਸ਼ ਲਗਾਉਣ ਨਾਲ ਆਰੰਭ ਹੁੰਦੇ ਹਨ ਅਤੇ ਫਿਰ ਇਸਰਾਇਲ ਉਸ ਨਾਲ ਅਸਹਿਮਤ ਹੁੰਦਾ ਹੈ ਜਾਂ ਉਹ ਪਰਮੇਸ਼ਵਰ ਦੇ ਵਚਨ ਤੇ ਸਵਾਲ ਉਠਾਉਂਦਾ ਹੈ ਅਤੇ ਫਿਰ ਪਰਮੇਸ਼ਵਰ ਦਾ ਜਵਾਬ ਆਉਂਦਾ ਹੈ ਅਤੇ ਉਹ ਅੰਤਿਮ ਸ਼ਬਦ ਕਹੇਗਾ। ਇਸ ਤਰ੍ਹਾਂ 6 ਵਾਰ ਹੁੰਦਾ ਹੈ। ਪਹਿਲੇ 6 ਵਿਵਾਦਾਂ ਵਿੱਚ ਪਰਮੇਸ਼ਵਰ ਨੇ ਇਸਰਾਇਲ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਅਤੇ ਅੰਤਿਮ 3 ਵਿਵਾਦਾਂ ਵਿੱਚ ਉਸਨੇ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਵਿਰੋਧ ਕੀਤਾ। ਅਤੇ ਇਹਨਾਂ ਤਰਕਾਂ ਅਤੇ ਵਿਵਾਦਾਂ ਨਾਲ ਤੁਹਾਨੂੰ ਜੋ ਕੁਝ ਸਮਝ ਆਉਂਦਾ ਹੈ ਉਹ ਇਹ ਹੈ ਕਿ ਗੁਲਾਮੀ ਨੇ ਮੁੱਢਲੇ ਤੌਰ ਤੇ ਲੋਕਾਂ ਵਿੱਚ ਕੁਝ ਵੀ ਨਹੀਂ ਬਦਲਿਆ ਸੀ। ਇਸਰਾਇਲ ਦੇ ਦਿਲ ਹਮੇਸ਼ਾ ਦੀ ਤਰ੍ਹਾਂ ਕਠੋਰ ਹੀ ਰਹੇ। ਪਹਿਲਾ ਵਿਵਾਦ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਉਹ ਆਪਣੇ ਨੇਮ ਦੇ ਲੋਕਾਂ ਦੀਆਂ ਅਸਫਲਤਾਵਾਂ ਦੇ ਬਾਵਜੂਦ ਉਹ ਉਹਨਾਂ ਨਾਲ ਪਿਆਰ ਕਰਦਾ ਹੈ ਅਤੇ ਇਸਰਾਇਲ ਰੁੱਖੇ ਢੰਗ ਨਾਲ ਕਹਿੰਦਾ ਹੈ ਤਾਂ ਕਿਵੇਂ ਸਾਡੇ ਨਾਲ ਪਿਆਰ ਵਿਖਾਇਆ ਹੈ। ਅਤੇ ਤਦ ਪਰਮੇਸ਼ਵਰ ਉਹਨਾਂ ਨੂੰ ਯਾਦ ਦਿਵਾਉਂਦਾ ਹੈ ਕਿ ਕਿਸ ਤਰ੍ਹਾਂ ਉਸਨੇ ਆਪਣੇ ਨੇਮ ਦੇ ਵਾਅਦਿਆਂ ਦੇ ਸਹਾਇਕ ਬਣਨ ਲਈ ਉਹਨਾਂ ਦੇ ਪੁਰਖੇ ਯਾਕੂਬ ਨੂੰ ਕਿਰਪਾ ਨਾਲ ਚੁਣਿਆ, ਉਸ ਦੇ ਭਰਾ ਈਸਾਊ ਅਤੇ ਉਸ ਦੇ ਪਰਿਵਾਰ ਨੂੰ ਨਹੀਂ, ਜੋ ਆਖਿਰਕਾਰ ਬਰਬਾਦ ਹੋ ਗਏ। ਉਤਪਤ ਅਤੇ ਓਬੇਦਿਆ ਦੀਆਂ ਕਹਾਣੀਆਂ ਨੂੰ ਯਾਦ ਕਰੋ। ਇਸ ਪਹਿਲੇ ਵਿਵਾਦ ਤੋਂ ਇਸਰਾਇਲ ਨੂੰ ਪਰਮੇਸ਼ਵਰ ਦੇ ਪਿਆਰ ਅਤੇ ਵਫਾਦਾਰੀ ਤੇ ਸ਼ੱਕ ਕਰਨ ਵਾਲੇ ਦੇ ਰੂਪ ਵਿੱਚ ਉਜਾਗਰ ਕੀਤਾ ਹੈ। ਦੂਸਰਾ ਵਿਵਾਦ ਇਸਰਾਇਲ ਦੀ ਦੂਸਰੀ ਹੈਕਲ ਨਾਲ ਸੰਬੰਧਿਤ ਸਮੱਸਿਆ ਦਾ ਖੁਲਾਸਾ ਕਰਦਾ ਹੈ। ਪਰਮੇਸ਼ਵਰ ਲੋਕਾਂ ਅਤੇ ਹੈਕਲ ਦੀ ਨਿਰਾਦਰੀ ਕਰਨ ਅਤੇ ਅਸ਼ੁੱਧ ਕਰਨ ਦਾ ਦੋਸ਼ ਲਗਾਉਂਦਾ ਹੈ ਅਤੇ ਲੋਕ ਪਲਟ ਕੇ ਜਵਾਬ ਦਿੰਦੇ ਹਨ, ਅਸੀਂ ਕਿਹੜੀ ਗੱਲ ਵਿੱਚ ਤੇਰੇ ਨਾਮ ਦੀ ਨਿਰਾਦਰੀ ਕੀਤੀ? ਅਤੇ ਫਿਰ ਪਰਮੇਸ਼ਵਰ ਲੋਕਾਂ ਤੇ ਧਿਆਨ ਕੇਂਦਰਿਤ ਕਰਕੇ ਜਵਾਬ ਦਿੰਦਾ ਹੈ ਕਿ ਕਿਸ ਤਰ੍ਹਾਂ ਉਹ ਬੇਸ਼ਰਮੀ ਨਾਲ ਬਿਮਾਰ ਅਤੇ ਬੱਜ ਨਾਲ ਭਰੇ ਜਾਨਵਰਾਂ ਦੇ ਚੜਾਵੇ ਚੜਾਉਂਦੇ ਹਨ, ਜਿਸ ਤੋਂ ਪ੍ਰਗਟ ਹੁੰਦਾ ਹੈ ਕਿ ਉਹ ਆਪਣੇ ਪਰਮੇਸ਼ਵਰ ਦੀ ਮਹੱਤਤਾ ਨਹੀਂ ਸਮਝਦੇ ਜਾਂ ਉਸ ਦਾ ਆਦਰ ਨਹੀਂ ਕਰਦੇ। ਪਰ ਸਿਰਫ ਲੋਕ ਹੀ ਨਹੀਂ, ਸਗੋਂ ਜਾਜਕ ਵੀ ਇਸੇ ਤਰ੍ਹਾਂ ਕਰਦੇ ਹਨ। ਉਹ ਨਾ ਕੇਵਲ ਇਹਨਾਂ ਗੱਲਾਂ ਨੂੰ ਸਹਿਣ ਕਰਦੇ ਹਨ, ਸਗੋਂ ਭੇਟ ਸੰਬੰਧੀ ਇਹਨਾਂ ਭ੍ਰਿਸ਼ਟ ਤਰੀਕਿਆਂ ਦਾ ਭਾਗ ਵੀ ਹੁੰਦੇ ਹਨ। ਉੱਪਰ ਤੋਂ ਹੇਠਾਂ ਤੱਕ ਪਰਮੇਸ਼ਵਰ ਦੇ ਲੋਕ ਵਿਸ਼ਵਾਸਹੀਣ ਸਾਬਿਤ ਹੁੰਦੇ ਹਨ। ਤੀਸਰੇ ਵਿਵਾਦ ਵਿੱਚ ਪਰਮੇਸ਼ਵਰ ਇਸਰਾਇਲੀ ਆਦਮੀਆਂ ਤੇ ਪਰਮੇਸ਼ਵਰ ਅਤੇ ਆਪਣੀਆਂ ਤੀਵੀਆਂ ਦਾ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਉਂਦਾ ਹੈ, ਜਿਸ ਤੋਂ ਉਹ ਬਿਲਕੁਲ ਇਨਕਾਰ ਕਰ ਦਿੰਦੇ ਹਨ ਅਤੇ ਪਰਮੇਸ਼ਵਰ ਮੂਰਤੀ ਪੂਜਾ ਅਤੇ ਤਲਾਕ ਦੇ ਖਤਰਨਾਕ ਮਿਸ਼ਰਣ ਨੂੰ ਉਜਾਗਰ ਕਰਦਾ ਹੈ। ਇੱਥੇ ਇਸਰਾਇਲੀ ਆਦਮੀ ਗੈਰ ਇਸਰਾਇਲੀ ਔਰਤਾਂ ਨਾਲ ਵਿਆਹ ਕਰ ਰਹੇ ਹਨ ਅਤੇ ਫਿਰ ਆਪਣੀਆਂ ਤੀਵੀਆਂ ਦੇ ਪੁਰਖਿਆਂ ਦੇ ਦੇਵਤਿਆਂ ਦੀ ਪੂਜਾ ਨੂੰ ਆਪਣੇ ਘਰਾਂ ਵਿੱਚ ਸ਼ੁਰੂ ਕਰਦੇ ਹਨ। ਨਹਮੀਆ ਅਧਿਆਇ 13 ਦੀ ਕਹਾਣੀ ਯਾਦ ਕਰੋ। ਅਤੇ ਫਿਰ ਮਲਾਕੀ ਇਸ ਗੱਲ ਨੂੰ ਇਸ ਤਰ੍ਹਾਂ ਦੇ ਅਨੇਕ ਆਦਮੀਆਂ ਨਾਲ ਜੋੜਦਾ ਹੈ ਜੋ ਬਿਨਾਂ ਕਿਸੇ ਕਾਰਨ ਆਪਣੀਆਂ ਤੀਵੀਆਂ ਨੂੰ ਤਲਾਕ ਦਿੰਦੇ ਹਨ ਅਤੇ ਉਹਨਾਂ ਨੂੰ ਇਹ ਠੀਕ ਲੱਗਦਾ ਹੈ। ਪਰ ਮਲਾਕੀ ਕਹਿੰਦਾ ਹੈ, ਨਹੀਂ, ਇਹ ਪਰਮੇਸ਼ਵਰ ਦੇ ਨਾਲ ਤੁਹਾਡੇ ਨੇਮ ਦਾ ਵਿਸ਼ਵਾਸਘਾਤ ਹੈ। ਅਤੇ ਇਸ ਤੋਂ ਬਾਅਦ ਮਲਾਕੀ ਵਿਵਾਦ ਦੇ ਦੂਸਰੇ ਭਾਗ ਵਿੱਚ ਆਉਂਦਾ ਹੈ ਜੋ ਇਸਰਾਇਲ ਦੇ ਵਿਦਰੋਹ ਦਾ ਸਾਹਮਣਾ ਕਰਦਾ ਹੈ। ਅਤੇ ਚੌਥੇ ਵਿਵਾਦ ਦਾ ਆਰੰਭ ਇਸਰਾਇਲੀਆਂ ਦੁਆਰਾ ਪਰਮੇਸ਼ਵਰ ਤੇ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਨਾਲ ਹੁੰਦਾ ਹੈ। ਉਹ ਕਹਿੰਦੇ ਹਨ, ਭਾਈ ਇਨਸਾਫ ਦਾ ਪਰਮੇਸ਼ਵਰ ਕਿੱਥੇ ਹੈ? ਉਹ ਘਿਨਾਓ ਅਤੇ ਭ੍ਰਿਸ਼ਟਾਚਾਰ ਨੂੰ ਵਧਦੇ ਹੋਏ ਵੇਖਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਪਰਮੇਸ਼ਵਰ ਕੁਝ ਨਹੀਂ ਕਰਦਾ। ਅਤੇ ਪਰਮੇਸ਼ਵਰ ਇਹ ਕਹਿ ਕੇ ਜਵਾਬ ਦਿੰਦਾ ਹੈ, ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਜੋ ਪਰਮੇਸ਼ਵਰ ਦੀ ਵਿਅਕਤੀਗਤ ਵਾਪਸੀ ਦੇ ਲਈ ਲੋਕਾਂ ਨੂੰ ਤਿਆਰ ਕਰੇਗਾ। ਉਹ ਅੱਗ ਦੀ ਤਰ੍ਹਾਂ ਆਪਣੇ ਲੋਕਾਂ ਨੂੰ ਸ਼ੁੱਧ ਕਰੇਗਾ ਅਤੇ ਉਹ ਮੂਰਤੀ ਪੂਜਾ ਅਤੇ ਜਿਨਸੀ ਅਨੈਤਿਕਤਾ ਅਤੇ ਘਿਨਾਓ ਨੂੰ ਦੂਰ ਕਰ ਦੇਵੇਗਾ ਤਾਂ ਕਿ ਕੇਵਲ ਵਿਸ਼ਵਾਸਯੋਗ ਲੋਕ ਹੀ ਬਚੇ ਰਹਿਣ ਅਤੇ ਉਸ ਦੇ ਲੋਕ ਠਹਿਰਨ। ਪੰਜਵੇਂ ਵਿਵਾਦ ਵਿੱਚ ਪਰਮੇਸ਼ਵਰ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਤੁਸੀਂ ਮੇਰੇ ਵੱਲ ਮੁੜੋ। ਉਹ ਆਖਦੇ ਹਨ ਕਿ ਅਸੀਂ ਕਿਸ ਤਰ੍ਹਾਂ ਮੁੜੀਏ? ਅਤੇ ਪਰਮੇਸ਼ਵਰ ਉਹਨਾਂ ਦੇ ਸਵਾਰਥ ਦਾ ਸਾਹਮਣਾ ਕਰਦਾ ਹੈ। ਉਹ ਦੱਸਦਾ ਹੈ
ਕਿ ਉਹਨਾਂ ਨੇ ਕਿਵੇਂ ਹੈਕਲ ਵਿੱਚ ਆਪਣੀ ਕਮਾਈ ਦਾ ਦਸਵੰਧ ਚੜਾਉਣਾ ਬੰਦ ਕਰ ਦਿੱਤਾ ਹੈ। ਹੁਣ ਇਹ ਸ਼ਬਦ ਦਸਵੰਧ ਦਾ ਅਰਥ 10ਵਾਂ ਭਾਗ ਹੈ। ਇਹ ਉਹਨਾਂ ਦੀ ਕਮਾਈ ਅਤੇ ਉਪਜ ਦਾ ਭਾਗ ਹੈ, ਜਿਸ ਨੂੰ ਇਸਰਾਏਲੀ ਸਾਲਾਨਾ ਹੈਕਲ ਅਤੇ ਉਸ ਦੇ ਜਾਜਕਾਂ ਦੀ ਸਹਾਇਤਾ ਦੇ ਲਈ ਭੇਟ ਦਿੰਦੇ ਹਨ। ਇਸ ਪ੍ਰਥਾ ਨੂੰ ਤਰੀਤ ਦੇ ਹੋਰ ਭਾਗਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਹੁਣ ਸਾਨੂੰ ਮਲਾਕੀ ਅਤੇ ਨਹਮੀਆ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਲੋਕ ਇਸ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਅਤੇ ਇਸ ਕਾਰਨ ਹੈਕਲ ਬੇਮੁਰੰਮਤੀ ਵੱਲ ਜਾ ਰਹੀ ਸੀ ਅਤੇ ਇਸ ਲਈ ਪਰਮੇਸ਼ਵਰ ਉਹਨਾਂ ਦਾ ਸਾਹਮਣਾ ਕਰਦਾ ਹੈ। ਉਹ ਕਹਿੰਦਾ ਹੈ ਕਿ ਉਹ ਉਹਨਾਂ ਨੂੰ ਬਹੁਤ ਬਰਕਤ ਦੇਣਾ ਚਾਹੁੰਦਾ ਹੈ, ਪਰ ਕੇਵਲ ਉਸ ਸਮੇਂ ਜਦੋਂ ਉਹ ਵਿਸ਼ਵਾਸਯੋਗ ਹੋਣਗੇ। ਆਖਰੀ ਵਿਵਾਦ ਵਿੱਚ ਲੋਕ ਪਰਮੇਸ਼ਵਰ ਤੇ ਦੋਸ਼ ਲਗਾਉਂਦੇ ਹਨ ਅਤੇ ਕਹਿੰਦੇ ਹਨ ਪਰਮੇਸ਼ਵਰ ਦੀ ਸੇਵਾ ਵਿਅਰਥ ਹੈ। ਉਹ ਦੁਸ਼ਟ ਅਤੇ ਆਕੜਬਾਜ਼ਾਂ ਨੂੰ ਜੀਵਨ ਵਿੱਚ ਸਫਲ ਹੁੰਦੇ ਹੋਏ ਵੇਖਦੇ ਹਨ ਅਤੇ ਸੋਚਦੇ ਹਨ ਕਿ ਪਰਮੇਸ਼ਵਰ ਕੁਝ ਨਹੀਂ ਕਰਦਾ। ਅਤੇ ਕਿਤਾਬ ਵਿੱਚ ਪਹਿਲੀ ਵਾਰ ਪਰਮੇਸ਼ਵਰ ਦਾ ਜਵਾਬ ਭਾਸ਼ਣ ਨਹੀਂ ਹੈ, ਸਗੋਂ ਇਸਰਾਏਲ ਵਿੱਚ ਬਚੇ ਹੋਏ ਵਿਸ਼ਵਾਸਯੋਗ ਲੋਕਾਂ ਦੀ ਇੱਕ ਸੰਖੇਪ ਕਹਾਣੀ ਹੈ। ਜੋ ਲੋਕ ਪਰਮੇਸ਼ਵਰ ਦਾ ਭੈ ਮੰਨਦੇ ਹਨ ਅਤੇ ਉਹ ਇਕੱਠੇ ਰਹਿਣਾ ਪਸੰਦ ਕਰਦੇ ਹਨ ਅਤੇ ਪਰਮੇਸ਼ਵਰ ਦਾ ਆਦਰ ਕਰਨ ਅਤੇ ਉਸ ਦੀ ਸੇਵਾ ਕਰਨ ਦੀ ਗੱਲ ਕਰਦੇ ਹਨ। ਅਤੇ ਫਿਰ ਪਰਮੇਸ਼ਵਰ ਹੁਕਮ ਦਿੰਦਾ ਹੈ ਕਿ ਇਹਨਾਂ ਲੋਕਾਂ ਦੇ ਲਈ ਯਾਦਗਾਰੀ ਦੀ ਪੁਸਤਕ ਲਿਖੀ ਜਾਵੇ, ਤਾਂ ਕਿ ਉਹ ਪੁਸਤਕ ਨੂੰ ਪੜ੍ਹ ਕੇ ਪਰਮੇਸ਼ਵਰ ਦੇ ਚਰਿੱਤਰ ਅਤੇ ਵਾਅਦਿਆਂ ਨੂੰ ਯਾਦ ਕਰ ਸਕਣ। ਮਲਾਕੀ ਇੱਥੇ ਸ਼ਾਸਤਰ ਦੀ ਈਸ਼ਵਰੀ ਭੇਟ ਦੀ ਝਲਕ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਅਤੀਤ ਦੀ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਅਸੀਂ ਯਾਦ ਕਰੀਏ ਕਿ ਪਰਮੇਸ਼ਵਰ ਨੇ ਵਿਸ਼ਵਾਸ ਯੋਗਤਾ ਨੂੰ ਪ੍ਰੇਰਿਤ ਕਰਨ ਅਤੇ ਭਵਿੱਖ ਦੀ ਆਸ ਦੇ ਲਈ ਕੀ ਕੀਤਾ ਹੈ, ਜੋ ਕਿਤਾਬ ਦੀ ਸਮਾਪਤੀ ਵੱਲ ਲੈ ਜਾਂਦਾ ਹੈ। ਇਹ ਪ੍ਰਭੂ ਦੇ ਆਉਣ ਵਾਲੇ ਦਿਨ ਦੇ ਬਾਰੇ ਵਿਵਾਦ ਤੋਂ ਚਿਤਰਨ ਨੂੰ ਲੈ ਕੇ ਉਸ ਨੂੰ ਵਿਕਸਿਤ ਕਰਦਾ ਹੈ, ਪਰ ਉਹ ਇਸ ਨੂੰ ਅੱਗੇ ਹੋਰ ਵੀ ਵਿਕਸਿਤ ਕਰਦਾ ਹੈ। ਪਰਮੇਸ਼ਵਰ ਕਹਿੰਦਾ ਹੈ ਕਿ ਉਸ ਨੇ ਸ਼ੁੱਧ ਕਰਨ ਵਾਲੇ ਨਿਆਂ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਹੈ, ਜੋ ਉਸ ਦੇ ਲੋਕਾਂ ਦੇ ਵਿੱਚੋਂ ਦੁਸ਼ਟਾਂ ਨੂੰ ਭਸਮ ਕਰ ਦੇਵੇਗਾ। ਪਰ ਸਿੱਟਾ ਇਸ ਵਿੱਚ ਵਿਸ਼ਵਾਸਯੋਗ ਲੋਕਾਂ ਨੂੰ ਜੋੜਦਾ ਹੈ, ਕਿਉਂਕਿ ਉਹਨਾਂ ਦੇ ਲਈ ਪ੍ਰਭੂ ਦਾ ਦਿਨ ਖਤਰਾ ਨਹੀਂ ਹੈ, ਸਗੋਂ ਖੁਸ਼ੀ ਦਾ ਕਾਰਨ ਹੈ। ਇਹ ਚੜ੍ਹਦੇ ਸੂਰਜ ਦੀ ਤਰ੍ਹਾਂ ਹੋਵੇਗਾ। ਉਹਨਾਂ ਦੀਆਂ ਕਿਰਨਾਂ ਵਿੱਚ ਸ਼ਿਫਾ, ਜੀਵਨ ਅਤੇ ਭਵਿੱਖ ਦੇ ਲਈ ਆਸ ਲਿਆਵੇਗਾ ਅਤੇ ਇਸ ਲਈ ਮਲਾਕੀ ਦੇ ਵਿਵਾਦ ਸਮਾਪਤ ਹੋ ਜਾਂਦੇ ਹਨ। ਪਰ ਇਸ ਕਿਤਾਬ ਵਿੱਚ ਅਜੇ ਹੋਰ ਵੀ ਕੁਝ ਹੈ। ਆਖਰੀ 3 ਆਇਤਾਂ ਜੋ ਵਿਵਾਦ ਦਾ ਹਿੱਸਾ ਨਹੀਂ ਹਨ ਅਤੇ ਅਸਲ ਵਿੱਚ ਸਮਾਪਤ ਸੂਚਨਾ ਦਾ ਕੰਮ ਕਰਦੀਆਂ ਹਨ, ਜੋ ਨਾ ਤਾਂ ਕੇਵਲ ਮਲਾਕੀ ਦੇ ਲਈ ਸਗੋਂ ਤੁਰੇਤ ਅਤੇ ਨਬੀਆਂ ਦੇ ਪੂਰੇ ਸੰਗ੍ਰਹਿ ਨੂੰ ਸਮਾਪਤ ਕਰਦੀਆਂ ਹਨ। ਸਭ ਤੋਂ ਪਹਿਲਾਂ ਪਾਠਕਾਂ ਨੂੰ ਮੇਰੇ ਸੇਵਕ ਮੂਸਾ ਦੀ ਭਵਿਸ਼ਤਾ ਜਾਂ ਤੋਰਾ ਨੂੰ ਯਾਦ ਕਰਨ ਨੂੰ ਕਿਹਾ ਜਾਂਦਾ ਹੈ। ਇਹ ਉਹ ਕਹਾਣੀ ਅਤੇ ਨੇਮ ਨੂੰ ਫਿਰ ਤੋਂ ਯਾਦ ਕਰਵਾਉਂਦਾ ਹੈ, ਜਿਸ ਨੂੰ ਤੁਸੀਂ ਬਾਈਬਲ ਦੀਆਂ ਪਹਿਲੀਆਂ 5 ਕਿਤਾਬਾਂ ਵਿੱਚ ਪਾਉਂਦੇ ਹੋ। ਪਰ ਫਿਰ ਅਸੀਂ ਨਬੀਆਂ ਦੀਆਂ ਕਿਤਾਬਾਂ ਦਾ ਸਾਰ ਸੁਣਦੇ ਹਾਂ। ਵੇਖੋ, ਮੈਂ ਏਲੀਆ ਨਬੀ ਨੂੰ ਤੁਹਾਡੇ ਲਈ ਘੱਲਾਂਗਾ, ਇਸ ਤੋਂ ਪਹਿਲਾਂ ਕਿ ਯਹੋਵਾ ਦਾ ਵੱਡਾ ਅਤੇ ਭੈਦਾਇਕ ਦਿਨ ਆਵੇ। ਉਹ ਲੋਕਾਂ ਦੇ ਦਿਲਾਂ ਨੂੰ ਬਹਾਲ ਕਰੇਗਾ। ਇਸ ਲਈ ਇਹ ਸਿੱਟਾ ਤੋਰਾ ਅਤੇ ਨਬੀਆਂ ਨੂੰ ਇੱਕਸਾਰ ਕਹਾਣੀ ਦੇ ਰੂਪ ਵਿੱਚ ਸੰਖੇਪ ਕਰਦਾ ਹੈ, ਜੋ ਭਵਿੱਖ ਵੱਲ ਇਸ਼ਾਰਾ ਕਰਦਾ ਹੈ। ਇਸਰਾਏਲ ਨੂੰ ਪਰਮੇਸ਼ਵਰ ਨੇ ਛੁਡਾਇਆ ਸੀ ਅਤੇ ਫਿਰ ਉਹਨਾਂ ਨੇ ਆਪਣੇ ਵਿਦਰੋਹ ਅਤੇ ਕਠੋਰ ਦਿਲਾਂ ਦੇ ਦੁਆਰਾ ਉਸ ਨੂੰ ਧੋਖਾ ਦਿੱਤਾ ਅਤੇ ਤੁਰੇਤ ਦੇ ਨਿਯਮਾਂ ਨੂੰ ਤੋੜਿਆ। ਪਰ ਵਚਨ ਭਵਿੱਖ ਦੇ ਦਿਨ ਦੀ ਆਸ ਕਰਦੇ ਹਨ, ਜਦੋਂ ਪਰਮੇਸ਼ਵਰ ਇੱਕ ਨਵੇਂ ਨਬੀ ਮੂਸਾ ਏਲੀਆ ਨੂੰ ਭੇਜਣ ਜਾ ਰਿਹਾ ਹੈ, ਜੋ ਪਰਮੇਸ਼ਵਰ ਦੇ ਲੋਕਾਂ ਨੂੰ ਬਹਾਲ ਕਰੇਗਾ ਅਤੇ ਉਹਨਾਂ ਦੇ ਕਠੋਰ ਦਿਲਾਂ ਨੂੰ ਚੰਗਾ ਕਰੇਗਾ। ਬਿਵਸਥਾ ਸਾਰ ਯਰਮੀਆ ਅਤੇ ਹਿਜ਼ਕੀਏਲ ਦੇ ਸਭ ਵਾਅਦਿਆਂ ਨੂੰ ਯਾਦ ਕਰੋ ਅਤੇ ਇਸ ਲਈ ਸਮਾਪਤੀ ਸੂਚਨਾ ਵਚਨਾਂ ਨੂੰ ਪੜ੍ਹਨ, ਵਿਚਾਰ ਕਰਨ ਅਤੇ ਪ੍ਰਾਰਥਨਾ ਦੀ ਇੱਕ ਈਸ਼ਵਰੀ ਭੇਟ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਉਹ ਮਨੁੱਖੀ ਹਾਲਾਤਾਂ ਦੇ ਬਾਰੇ, ਸਾਡੇ ਸਵਾਰਥ ਅਤੇ ਸਾਡੇ ਪਾਪਾਂ ਦੇ ਬਾਰੇ ਸੱਚਾਈ ਦੱਸਦੀ ਹੈ, ਪਰ ਉਹ ਪਰਮੇਸ਼ਵਰ ਦੇ ਉਸ ਵਾਅਦੇ ਦੀ ਘੋਸ਼ਣਾ ਕਰਦਾ ਹੈ ਕਿ ਉਹ ਇੱਕ ਦੂਤ ਭੇਜੇਗਾ ਅਤੇ ਫਿਰ ਬੁਰਾਈ ਦਾ ਸਾਹਮਣਾ ਕਰਨ ਅਤੇ ਆਪਣੇ ਲੋਕਾਂ ਨੂੰ ਬਹਾਲ ਕਰਨ ਦੇ ਲਈ ਵਿਅਕਤੀਗਤ ਤਰੀਕੇ ਨਾਲ ਆਵੇਗਾ, ਜੋ ਉਸ ਦੇ ਚੰਗਾ ਕਰਨ ਵਾਲੇ ਨਿਆਂ ਨੂੰ ਸਥਾਪਿਤ ਕਰੇਗਾ। ਅਤੇ ਇਹ ਮਲਾਕੀ ਅਤੇ ਤੁਰੇਤ ਅਤੇ ਸਭ ਨਬੀਆਂ ਦੇ ਭਵਿੱਖ ਦੀ ਆਸ ਹੈ।